ਅਮਰਿੰਦਰ ਸਿੰਘ ਵੱਲੋਂ ਚਿੱਠੀ ਲੜਾ ਕੇ ਕਿਹਾ ਗਿਆ ਸੀ, ਵਾਈਟ ਪੇਪਰ ਲੜਾ ਕੇ ਮੈਂ ਪੜ੍ਹ ਰਿਹਾ, ਇਸ ਨੂੰ ਵਿਧਾਨ ਸਭਾ 'ਚ ਲੈ ਕੇ ਆਉਂਗਾ। 1.5 ਸਾਲ 'ਚ ਕਹਿੰਦੇ ਪੜ੍ਹਿਆ ਵੀ ਨਹੀਂ ਗਿਆ। नहीं वो तो पढ़िया गया, ਉਹਦੇ ਚ ਲੀਗਲ ਇਸ਼ੂਜ਼ ਹੈ। मैं तदे तक चीमा साहब ਨੂੰ ਪੁੱਛਦਾ ਵੀ ਤੁਸੀਂ ਵਕੀਲ ਹੋ, मैं दावे ਨਾਲ ਕਹਿਣਾ ਕਿ ਚੀਮਾ ਸਾਹਿਬ ਨੇ ਐਗਰੀਮੈਂਟ ਦਾ ਪਹਿਲਾ ਪੇਜ ਵੀ ਨਹੀਂ ਵੇਖਿਆ ਹੋਣਾ। ਅਮਰਿੰਦਰ ਸਿੰਘ ਵੱਲੋਂ ਚਿੱਠੀ ਲੜਾ ਕੇ ਕਿਹਾ ਗਿਆ ਸੀ, ਵਾਈਟ ਪੇਪਰ ਲੜਾ ਕੇ ਮੈਂ ਪੜ੍ਹ ਰਿਹਾ, ਇਸ ਨੂੰ ਵਿਧਾਨ ਸਭਾ 'ਚ ਲੈ ਕੇ ਆਉਂਗਾ। 1.5 ਸਾਲ 'ਚ ਕਹਿੰਦੇ ਪੜ੍ਹਿਆ ਵੀ ਨਹੀਂ ਗਿਆ। ਨਹੀਂ ਉਹ ਤਾਂ ਪੜ੍ਹਿਆ ਗਿਆ, ਉਹਦੇ ਚ ਲੀਗਲ ਇਸ਼ੂਜ਼ ਹੈ। मैं तदे तक चीमा साहब ਨੂੰ ਪੁੱਛਦਾ ਵੀ ਤੁਸੀਂ ਵਕੀਲ ਹੋ, मैं दावे ਨਾਲ ਕਹਿਣਾ ਕਿ ਚੀਮਾ ਸਾਹਿਬ ਨੇ ਐਗਰੀਮੈਂਟ ਦਾ ਪਹਿਲਾ ਪੇਜ ਵੀ ਨਹੀਂ ਵੇਖਿਆ ਹੋਣਾ। ਉਹਨਾਂ ਨੂੰ ਪਤਾ ਹੀ ਨਹੀਂ ਐਗਰੀਮੈਂਟ ਕੀ ਨੇ। ਸਵਾਲ ਇਹ ਖੜੇ ਕਰਨ ਸ਼੍ਰੋਮਣੀ ਅਕਾਲੀ ਦਲ ਤੇ ਜਿਨ੍ਹਾਂ ਨੇ ਐਗਰੀਮੈਂਟ ਕੀਤੇ ਨੇ, ਕਾਂਗਰਸ ਤੇ ਨਾ ਖੜੇ ਕਰਨ। ਇਹ ਕੰਟਰੈਕਟ ਜਿਹੜਾ ਹੋਇਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ, ਉਸ ਸਮੇਂ ਦੇ ਅਫਸਰਾਂ ਨੇ ਬਣਾਇਆ। ਇਹਨੂੰ ਐਗਜ਼ਾਮਨ ਕਰਾਉਣ ਦੀ ਜ਼ਰੂਰਤ ਹੈ। ਇਹ ਕਿ ਕੈਪਟਨ ਸਾਹਿਬ ਤੋਂ ਚਿੱਠੀ ਨਹੀਂ ਲਿਖੀ ਗਈ। ਸਵਾਲ ਜਿਹੜਾ ਚੀਮਾ ਸਾਹਿਬ ਕਰਦੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੀ ਨਹੀਂਗਾ, ਜਾਂ ਉਹਨਾਂ ਨੇ ਇਹ ਐਗਰੀਮੈਂਟ ਪੜ੍ਹੇ ਹੀ ਨਹੀਂਗੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਕਹਿੰਦੇ ਕਿ ਜੇਕਰ ਚਿੱਠੀ ਲਿਖਣ ਦੇ ਨਾਲ ਬਿਜਲੀ ਸਮਝੌਤੇ ਰੱਦ ਹੋ ਜਾਂਦੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ 4.5 ਸਾਲ ਸਿਰਫ ਚਿੱਠੀ ਲਿਖਣ ਦੇ ਉੱਪਰ ਲੱਗ ਗਏ। ਜਵਾਬ ਲੈ ਲੈਂਦੇ ਆ, ਵਿਧਾਇਕ ਕੁਲਦੀਪ ਸਿੰਘ ਵੈਸ ਸਾਡੇ ਨਾਲ ਮੌਜੂਦ ਹੈ। ਵੈਸ ਸਾਹਿਬ ਜਵਾਬ ਦਿਓ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਹਰਪਾਲ ਚੀਮਾ ਜੀ ਦੇ ਇਹ ਜਵਾਬ ਦੇਣ ਤੋਂ ਪਹਿਲਾਂ ਚੀਮਾ ਸਾਹਿਬ ਨੂੰ ਪੁੱਛਦਾ, ਚੀਮਾ ਸਾਹਿਬ ਕੇਜਰੀਵਾਲ ਸਾਹਿਬ ਨੂੰ 4.5 ਸਾਲ ਲੱਗੇ, ਹਾਲੇ ਤੱਕ ਪੰਜਾਬ ਦੇ ਵਿੱਚ ਤੁਸੀਂ ਆਪਣੀ ਪਾਰਟੀ ਦਾ ਕੋਈ ਚਿਹਰਾ ਨਹੀਂ ਦਿੱਤਾ। ਜਦੋਂ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਆਏ ਸੀ ਉਦੋਂ ਕਹਿ ਕੇ ਗਏ ਸੀ ਕਿ ਜਿਹੜਾ ਪੰਜਾਬ ਦੇ ਚੀਫ ਮਿਨਿਸਟਰ ਦਾ ਚਿਹਰਾ ਹੋਏਗਾ ਉਹ ਸਿੱਖ ਚਿਹਰਾ ਹੋਏਗਾ। ਤੁਹਾਨੂੰ 2 ਸਾਲ ਮੈਂ ਪਹਿਲਾਂ ਕਿਹਾ ਸੀ ਕਿ ਬਜਟ ਬਣਾ ਕੇ ਲੈ ਕੇ ਆਇਓ ਤੇ ਅਸੀਂ ਤੁਹਾਨੂੰ ਬਜਟ ਦੀਆਂ ਸਾਰੀਆਂ ਤੁਹਾਨੂੰ ਮੈਂ ਸਾਰੀਆਂ ਗੱਲਾਂ ਜੋ ਵੀ ਹੈ ਉਹ ਪ੍ਰੋਵਾਈਡ ਕਰੂੰਗਾ। ਤੁਸੀਂ ਅੱਜ ਤੱਕ ਆਪਣਾ ਬਜਟ ਨਹੀਂ ਬਣਾ ਕੇ ਆਏ। ਮੈਂ ਤੁਹਾਡੇ ਨਾਲ ਸ਼ੈਡੋ ਗਵਰਨਮੈਂਟ ਦੀ ਗੱਲ ਕੀਤੀ ਸੀ, ਤੁਸੀਂ ਆਪੋਜੀਸ਼ਨ ਦੇ ਪ੍ਰਧਾਨ ਹੋ, ਸ਼ਾਇਦ ਤੁਹਾਨੂੰ ਇਹ ਗੱਲਾਂ ਯਾਦ ਹੀ ਨਹੀਂ ਹੋਣਗੀਆਂ। ਜਿੱਥੋਂ ਤੱਕ ਇਹ ਐਗਰੀਮੈਂਟ ਦਾ ਸੰਬੰਧ ਹੈ, ਤੁਸੀਂ ਵਕੀਲ ਹੋ, ਇਹ ਜਿਹੜੇ ਕੰਟਰੈਕਟ ਐਕਟ ਦੇ ਅੰਡਰ ਇਹ ਕੰਟਰੈਕਟ ਹੋਏ ਨੇ, ਇਹਨਾਂ ਨੂੰ ਆਊਟਰਾਈਟਲੀ ਰਿਜੈਕਟ ਨਹੀਂ ਕੀਤਾ ਜਾ ਸਕਦਾ। ਅਸੀਂ ਇਹਦੀ ਲੀਗਲ ਓਪੀਨੀਅਨ ਵੀ ਲਈ ਹੈ, ਤੁਸੀਂ ਵੀ ਐਡਵੋਕੇਟ ਹੋ, ਜਾਂ ਤੁਸੀਂ ਹਰਪਾਲ ਚੀਮਾ ਜੀ ਨੂੰ ਪੁੱਛ ਲਓ ਕਿ ਕਿਹੜੀ ਕਲੌਜ਼ ਦੇ ਅੰਡਰ ਇਹ ਜਿਹੜੇ ਕੰਟਰੈਕਟ ਨੇ ਰੱਦ ਕੀਤੇ ਜਾਣੇ ਚਾਹੀਦੇ ਆ। ਕੋਈ 4.5 ਸਾਲ ਦਾ ਸਮਾਂ ਨਹੀਂ ਲੱਗਿਆ ਕੈਪਟਨ ਅਮਰਿੰਦਰ ਸਿੰਘ ਨੂੰ। ਕੈਪਟਨ ਅਮਰਿੰਦਰ ਸਿੰਘ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਨੇ ਤੇ ਉਹਨਾਂ ਦੇ ਬਾਰੇ ਦੱਸਣ ਦੀ ਲੋੜ ਨਹੀਂ ਕਿ ਉਹ ਕਿੱਡੇ ਕੁ ਵੱਡੇ ਸਟੇਟਸਮੈਨ ਨੇ ਤੇ ਐਡਮਿਨਿਸਟ੍ਰੇਟਰ ਨੇ। ਸਾਨੂੰ ਤੁਹਾਡੀ ਸਲਾਹ ਦੀ ਵੀ ਲੋੜ ਨਹੀਂ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਬਿਲਕੁਲ ਠੀਕ ਕਹੀ ਹੈ ਕਿ ਉਹਨਾਂ ਨੂੰ ਰਿਵਿਊ ਕੀਤਾ ਜਾਏ। ਬਿਲਕੁਲ ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈ। ਕੰਟਰੈਕਟ ਐਕਟ ਪੜ੍ਹ ਲਓ, ਇਹ ਜਿਹੜੇ ਐਗਰੀਮੈਂਟ ਕੀਤੇ ਨੇ ਇਹ ਪੜ੍ਹ ਲਓ। ਸਵਾਲ ਤੁਹਾਡਾ ਇਹ ਚਾਹੀਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਜਿਹੜਾ ਕੰਟਰੈਕਟ ਕੀਤਾ ਸੀ ਇਹ ਉਹਨਾਂ ਦੇ ਤੇ ਉਹਨਾਂ ਦੇ ਅਫਸਰਾਂ ਨੇ ਕੀਤਾ ਸੀਗਾ। ਇਹ ਜਲਦਬਾਜ਼ੀ ਵਿੱਚ ਕੰਟਰੈਕਟ ਕੀਤਾ ਗਿਆ। ਸਾਡੀ ਰਿਕੁਆਇਰਮੈਂਟ ਤਕਰੀਬਨ 9900 ਮੈਗਾਵਾਟ ਸੀ। ਇਹਦੇ ਜਿਹੜੇ ਕੰਟਰੈਕਟ ਕੀਤੇ ਗਏ ਇਹਦੇ ਵਿੱਚ ਸ਼ਾਇਦ ਮੈਨੂੰ ਫਿਗਰ ਦੇ ਵਿੱਚ ਸ਼ਾਇਦ ਕੋਈ ਗਲਤੀ ਲੱਗੇ ਕਿ 18-1900 ਮੈਗਾਵਾਟ ਦਾ ਐਕਸਟਰਾ ਇਹਦੇ ਤੇ ਲੋਡ ਪਾਇਆ ਗਿਆ। ਇਹਨੂੰ ਐਗਜ਼ਾਮਨ ਕਰਨ ਦੀ ਜ਼ਰੂਰਤ ਹੈ। ਚੀਮਾ ਸਾਹਿਬ ਐਗਰੀਮੈਂਟ ਪੜ੍ਹ ਕੇ ਸਟੇਟਮੈਂਟ ਦਿਓ, ਫਿਰ ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗਾ। ਚੀਮਾ ਸਾਹਿਬ ਨੇ ਇਹ ਵੀ ਕਿਹਾ ਕਿ 1.5 ਸਾਲ ਪਹਿਲਾਂ ਕੈਬਨਿਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਿੱਠੀ ਲੜਾ ਕੇ ਕਿਹਾ ਗਿਆ ਸੀ, ਵਾਈਟ ਪੇਪਰ ਲੜਾ ਕੇ ਮੈਂ ਪੜ੍ਹ ਰਿਹਾ, ਇਸ ਨੂੰ ਵਿਧਾਨ ਸਭਾ 'ਚ ਲੈ ਕੇ ਆਉਂਗਾ। 1.5 ਸਾਲ 'ਚ ਕਹਿੰਦੇ ਪੜ੍ਹਿਆ ਵੀ ਨਹੀਂ ਗਿਆ। ਨਹੀਂ ਉਹ ਤਾਂ ਪੜ੍ਹਿਆ ਗਿਆ, ਉਹਦੇ 'ਚ ਲੀਗਲ ਇਸ਼ੂਜ਼ ਹੈ। ਮੈਂ ਤਦੇ ਤੱਕ ਚੀਮਾ ਸਾਹਿਬ ਨੂੰ ਪੁੱਛਦਾ ਵੀ ਤੁਸੀਂ ਵਕੀਲ ਹੋ, ਮੈਂ ਦਾਅਵੇ ਨਾਲ ਕਹਿਣਾ ਕਿ ਚੀਮਾ ਸਾਹਿਬ ਨੇ ਐਗਰੀਮੈਂਟ ਦਾ ਪਹਿਲਾ ਪੇਜ ਵੀ ਨਹੀਂ ਵੇਖਿਆ ਹੋਣਾ। ਉਹਨਾਂ ਨੂੰ ਪਤਾ ਹੀ ਨਹੀਂ ਐਗਰੀਮੈਂਟ ਕੀ ਨੇ। ਸਵਾਲ ਇਹ ਖੜੇ ਕਰਨ ਸ਼੍ਰੋਮਣੀ ਅਕਾਲੀ ਦਲ ਤੇ ਜਿਨ੍ਹਾਂ ਨੇ ਐਗਰੀਮੈਂਟ ਕੀਤੇ ਨੇ, ਕਾਂਗਰਸ ਤੇ ਨਾ ਖੜੇ ਕਰਨ। ਇਹ ਕੰਟਰੈਕਟ ਜਿਹੜਾ ਹੋਇਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ, ਉਸ ਸਮੇਂ ਦੇ ਅਫਸਰਾਂ ਨੇ ਬਣਾਇਆ। ਇਹਨੂੰ ਐਗਜ਼ਾਮਨ ਕਰਾਉਣ ਦੀ ਜ਼ਰੂਰਤ ਹੈ। ਇਹ ਕਿ ਕੈਪਟਨ ਸਾਹਿਬ ਤੋਂ ਚਿੱਠੀ ਨਹੀਂ ਲਿਖੀ ਗਈ। ਸਵਾਲ ਜਿਹੜਾ ਚੀਮਾ ਸਾਹਿਬ ਕਰਦੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੀ ਨਹੀਂਗਾ, ਜਾਂ ਉਹਨਾਂ ਨੇ ਇਹ ਐਗਰੀਮੈਂਟ ਪੜ੍ਹੇ ਹੀ ਨਹੀਂਗੇ। ਇਹ ਮੈਂ ਤੁਹਾਡੇ ਚੈਨਲ ਦੇ ਥਰੂ ਬੇਨਤੀ ਕਰਨੀ ਚਾਹੁੰਦਾ, ਚੀਮਾ ਸਾਹਿਬ ਇਹ ਐਗਰੀਮੈਂਟ ਪੜ੍ਹ ਲਓ ਪਹਿਲਾਂ, ਫਿਰ ਇਹਦੇ ਤੇ ਡਿਸਕਸ਼ਨ ਕਰ ਲਿਓ। ਇਹ ਐਗਰੀਮੈਂਟ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਾਈਨ ਨਹੀਂ ਕੀਤੇ, ਇਹ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਆ। ਇਹਦੇ 'ਚ ਬੜੇ ਫਲॉज ਨੇ। ਉਹ ਕਹਿੰਦੇ ਐਗਰੀਮੈਂਟ ਭਾਜਪਾ ਅਕਾਲੀ ਦੀ ਸਰਕਾਰ ਨੇ ਕੀਤੇ, ਪਰ ਚੰਦੇ ਜਿਹੜੀ ਕਾਂਗਰਸ ਦੀ ਸਰਕਾਰ ਨੇ ਲਿੱਤੇ ਉਹਨਾਂ ਕੰਪਨੀਆਂ ਤੋਂ। ਕੋਈ ਚੰਦਾ ਨਹੀਂ ਲਿਆ। ਚੀਮਾ ਸਾਹਿਬ ਬੜੇ ਅਫਸੋਸ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਗੱਲ ਨੂੰ ਬੜਾ ਕਲੀਅਰ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਨਾ ਤਾਂ ਕੋਈ ਚੰਦਾ ਲਿਆ। 14 ਦੀ ਇਲੈਕਸ਼ਨ ਤੱਕ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸੈਂਟਰ ਦੇ ਵਿੱਚ AICC ਨੇ ਚੰਦਾ ਲਿਆ, BJP ਨੇ ਚੰਦਾ ਲਿਆ, ਬਾਕੀ ਪੋਲੀਟੀਕਲ ਪਾਰਟੀਆਂ ਨੇ ਚੰਦਾ ਲਿਆ। ਮੈਨੂੰ ਕੇਜਰੀਵਾਲ ਸਾਹਿਬ ਦਾ ਹਾਲੇ ਪਤਾ ਨਹੀਂ। ਇੱਕ ਹੋਰ ਸਵਾਲ ਹੈ ਕਿ ਪੰਜਾਬ ਸਰਕਾਰ ਕਿਸੇ ਮੁਲਾਜ਼ਮ ਨੂੰ ਨਹੀਂ ਖੁਸ਼ ਕਰ ਪਾਇਆ। ਅੱਜ ਸਾਰੇ ਮੁਲਾਜ਼ਮ ਸੜਕਾਂ ਤੇ ਉਤਰੇ। ਪਟਿਆਲਾ ਦਾ ਹਾਲ ਦੇਖ ਲਓ ਅੱਜ ਕੀ ਹੈ।
ਆਸ਼ੀਸ਼ ਜੀ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਮੈਂ ਵੀ ਮੁਲਾਜ਼ਮ ਰਿਹਾ, 29 ਸਾਲ ਮੈਂ ਨੌਕਰੀ ਕੀਤੀ ਹੈ। ਅਸੀਂ ਲੋਕ ਵੀ ਜਿਹੜੇ ਮੁਲਾਜ਼ਮ ਆ, ਇਹ ਵੀ ਅਸੀਂ ਭੁੱਲ ਗਏ ਕਿ ਜਿਹੜੀ ਸਰਕਾਰ ਨੇ ਸਾਨੂੰ ਤਨਖਾਹ ਦਿੱਤੀ ਹੈ ਅਸੀਂ ਉਹਨੂੰ ਜਸਟੀਫਾਈ ਕਰੀਏ। ਸਾਰੇ ਚਾਹੁੰਦੇ ਨੇ ਜੀ ਸਾਡੀ ਤਨਖਾਹ ਤਾਂ 2 ਲੱਖ ਰੁਪਇਆ ਹੋ ਜੇ, 4 ਲੱਖ ਵੱਧ ਤੋਂ ਵੱਧ, ਕਿੱਦਾਂ ਕਰ ਲਾਂਗੇ? ਆਪਣਾ ਇੱਕ ਪਰਿਵਾਰ ਹੈ, ਜੇ ਆਪਣਾ ਆਪਣੇ ਫਾਦਰ ਦੀ ਇਨਕਮ ਲੱਖ ਰੁਪਈਆ ਜਾਂ 60,000 ਜਾਂ 2 ਲੱਖ ਰੁਪਈਆ, ਉਹਦੇ 'ਚ ਹੀ ਗੁਜ਼ਾਰਾ ਹੋਣਾ। ਜੇ ਪਰਿਵਾਰ ਦਾ ਇੱਕ ਮੈਂਬਰ ਕਹੇ ਨਹੀਂ ਮੈਨੂੰ ਤਾਂ ਲੱਖ ਰੁਪਈਆ ਇਕੱਲੇ ਨੂੰ ਦੇ ਦਿਓ, ਦੂਜੇ ਪਰਿਵਾਰ ਦਾ ਉਸੇ ਪਰਿਵਾਰ ਦਾ ਦੂਜਾ ਨਹੀਂ ਤਾਂ ਮੈਨੂੰ ਤਾਂ 2 ਲੱਖ ਰੁਪਈਆ ਦੇ ਦਿਓ ਤਨਖਾਹ ਦਾ, ਉਹ ਤਾਂ ਜਸਟੀਫਾਈ ਨਹੀਂ ਹੋਣਾ। ਮਨਟੇਕ ਸਿੰਘ ਆਲੂਵਾਲੇ ਤਾਂ ਕਹਿੰਦੇ ਕੇਂਦਰ ਦੀ ਤਰਜ਼ ਤੇ ਇਹਨਾਂ ਦੀਆਂ ਤਨਖਾਹਾਂ ਕਰ ਦਿਓ, ਬਹੁਤ ਜ਼ਿਆਦਾ ਤਨਖਾਹਾਂ ਹੈਗੀਆਂ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਕਿ ਪੰਜਾਬ ਦੀਆਂ ਜਿੰਨੀਆਂ ਵੀ ਤਨਖਾਹਾਂ ਨੇ ਉਹ ਹੀ ਰਹੀਆਂ ਨੇ, ਇਹਦੇ 'ਚ ਕੋਈ ਬੁਰਾਈ ਨਹੀਂ ਹੈ। ਗੱਲ ਬਜਟ ਦੀ ਹੈ। ਪੰਜਾਬ ਦਾ ਅੱਗੇ ਜਿਹੜੀ ਆਮਦਨ ਸੀ ਉਹ ਬੜੀ ਅੱਛੀ ਸੀ। ਅਸੀਂ ਹੁਣ ਤੁਸੀਂ ਦੇਖੋ ਨਾ ਕਿੰਨੀਆਂ ਸਬਸਿਡੀਆਂ ਦਿੰਦੇ ਆ, 10,668 ਕਰੋੜ ਰੁਪਏ ਦੀ ਪੰਜਾਬ ਬਿਜਲੀ ਮੁਫਤ ਦਿੰਦਾ, ਕਿੱਡੀ ਵੱਡੀ ਗੱਲ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ। ਇਹ ਕੇਜਰੀਵਾਲ ਕਹਿੰਦਾ ਜੀ 300 ਯੂਨਿਟ ਮੈਂ ਫ੍ਰੀ ਦੇ ਦੂੰਗਾ, 5,000 ਕਰੋੜ ਦਾ ਹੋਰ ਹੋ ਜਾਊਗਾ, ਇਹਦੇ ਤੇ ਵਜਨ ਪੈ ਜਾਊਗਾ। ਉਹ ਪੰਜਾਬ ਸਰਕਾਰ ਆਲਰੇਡੀ ਅਨਾਉਂਸਮੈਂਟ ਕਰ ਚੁੱਕੀ ਹੋਈ ਹੈ। ਵੇ ਸਾਹਿਬ, ਇੱਕ ਮੈਂ ਲੈਟਰ ਪੜ੍ਹ ਰਿਹਾ ਸੀ ਜੋ ਸਿੱਖਿਆ ਬੋਰਡ ਵੱਲੋਂ ਜਾਰੀ ਕੀਤਾ ਗਿਆ, 3000 ਰੁਪਏ ਦਿੱਤੇ ਗਏ ਸਮਾਰਟ ਸਕੂਲ ਬਣਾਉਣ ਵਾਸਤੇ। ਅਲੱਗ-ਅਲੱਗ ਜਿਹੜੇ ਸਕੂਲਾਂ ਨੂੰ 3200-3300 ਸਕੂਲ ਹੈਗੇ ਪੰਜਾਬ 'ਚ, ਸਟਾਫ ਰੂਮ ਬਣਾਉਣੇ ਸਮਾਰਟ, ਵਿੱਚ ਪੇਂਟ ਵੀ ਕਰਨਾ, ਅਲਮਾਰੀਆਂ ਵੀ ਬਣਾਉਣੀਆਂ, ਸਭ ਕੁਝ ਕਰਨਾ, ਪੇਂਟਿੰਗਾਂ ਪੁੰਟਿੰਗਾਂ ਪਤਾ ਨਹੀਂ ਕੀ ਕੁਝ ਕਰਨਾ। ਕਹਿੰਦੇ 3000 'ਚ ਹੋ ਜਾਊਗਾ। ਨਹੀਂ, ਮੈਨੂੰ ਤੁਹਾਡੀ ਇਸ ਚਿੱਠੀ ਬਾਰੇ ਜਾਣਕਾਰੀ ਨਹੀਂ ਹੈ। ਸਭ ਨੂੰ ਪਤਾ ਹੈ, ਇਹ ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਚਿੱਠੀ ਦੀ ਗੱਲ ਕਰਦੇ ਹੋ ਕਿ ਸਮਾਰਟ ਸਕੂਲ 3000 ਨਾਲ ਬਿਲਕੁਲ ਨਹੀਂ ਬਣਦੇ। ਜਿਹੜੇ ਪਹਿਲੇ ਸਮਾਰਟ ਸਕੂਲ ਹੈ, ਸਟਾਫ ਰੂਮ, ਜਿਹੜੇ ਸਮਾਰਟ ਸਕੂਲ 'ਚ ਸਟਾਫ ਰੂਮ ਹੁੰਦੇ ਉਹਨਾਂ ਨੂੰ ਬਣਾਉਣਾ। ਨਹੀਂ ਦੇਖੋ ਇਸ ਤਰ੍ਹਾਂ ਆ, ਉਹ ਇਹ ਡਿਪੈਂਡ ਕਰਦਾ ਕਿ 3-3000 ਰੁਪਏ ਦਿੱਤੇ ਗਏ, ਜਿਹੜੀ ਹੋਰ ਰਿਕੁਆਇਰਮੈਂਟ ਹੋਗੀ ਉਹ ਵੀ ਸਰਕਾਰ ਦੇ ਦੇਗੀ। ਹਰ ਬੰਦੇ ਨੂੰ ਪਤਾ ਹੈ ਕਿ ਉਹ 'ਚ ਪੇਂਟ ਹੋਣਾ। ਇਕੱਲੇ ਸਟਾਫ ਰੂਮ ਦੀ ਜੇ ਗੱਲ ਕਰੀਏ, ਫਿਲਹਾਲ 3000 ਰੁਪਏ ਦਿੱਤੇ ਗਏ ਆ, ਉਹ ਜ਼ਿੰਮੇਵਾਰੀ ਅਧਿਆਪਕਾਂ ਦੀ ਲਗਾਈ ਗਈ, ਬਾਕੀ ਫੰਡ ਆਪਣੇ ਆਪ ਅਰੇਂਜ ਕਰੋ। ਦੇਖੋ ਪੀਟੀਏ ਫੰਡਸ ਹੁੰਦੇ ਆ ਸਾਡੇ ਕੋਲ। ਆਸ਼ੀਸ਼, ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਸਾਰਾ ਕੁਝ ਸਰਕਾਰਾਂ ਨਹੀਂ ਕਰ ਸਕਦੀਆਂ। ਅੱਜ ਪੰਜਾਬ ਨੰਬਰ 1 ਆਇਆ ਹਿੰਦੁਸਤਾਨ ਦੇ ਵਿੱਚੋਂ ਐਜੂਕੇਸ਼ਨ ਦੇ ਵਿੱਚੋਂ, ਤੇ ਕੇਜਰੀਵਾਲ ਸਾਹਿਬ ਨੇ ਆਪਣੇ ਨੰਬਰ ਤੇ ਕੁਆਲਿਟੀ ਐਜੂਕੇਸ਼ਨ 27ਵੇਂ ਨੰਬਰ ਤੇ ਵੀ ਆਇਆ। ਇੱਕ ਮਿੰਟ ਆਸ਼ੀਸ਼, ਕੇਜਰੀਵਾਲ ਸਾਹਿਬ ਨੇ ਆਪਣੀ ਬੰਦ ਕਰ ਦਿੱਤੀ, ਆਪਣੀ ਐਡ ਬੰਦ ਕਰ ਦਿੱਤੀ ਸਕੂਲਾਂ ਦੀ। ਇਹ ਜਿਹੜੀ ਡਿਵੈਲਪਮੈਂਟ ਹੈ ਨਾ, ਤਰੱਕੀ, ਇਹ ਚੁਟਕੀ ਮਾਰਿਆਂ ਕਦੇ ਨਹੀਂ ਹੁੰਦੀ। ਅੱਜ ਪੰਜਾਬ ਦੇ ਤੁਸੀਂ ਦੇਖੋ ਕਿੰਨੇ ਅਸੀਂ ਸਮਾਰਟ ਸਕੂਲ ਬਣਾ ਦਿੱਤੇ ਆ। ਮੇਰੇ ਹਲਕੇ ਦੇ ਵਿੱਚ ਅਸੀਂ ਸਮਾਰਟ ਸਕੂਲ ਬਣਾਏ, 4 ਸਕੂਲ ਹੋਰ ਸਮਾਰਟ ਸਕੂਲ ਬਣਾਉਣ ਜਾ ਰਹੇ। ਇਸ ਚੀਜ਼ ਨੂੰ ਵਕਤ ਲੱਗਦਾ, ਟਾਈਮ ਲੱਗਦਾ। ਜੇ ਅਸੀਂ ਅੱਜ ਹੀ ਕਹੀਏ ਜੀ ਅੱਜ ਹੀ ਸਾਰਾ ਕੁਛ ਹੈ, ਨਾ ਪਹਿਲੀਆਂ ਸਰਕਾਰਾਂ ਤੋਂ ਕੁਛ ਹੋਇਆ ਨਾ ਅਗਲੀਆਂ ਸਰਕਾਰਾਂ, ਕਦੇ ਚੁਟਕੀ ਮਾਰਿਆਂ ਕੁਛ ਨਹੀਂ ਹੁੰਦਾ। ਆਮਦਨਾਂ ਦੇ ਹਿਸਾਬ ਦੇ ਨਾਲ ਹੈ। ਜਿਸ ਤਰ੍ਹਾਂ ਆਮਦਨ ਵੱਧਦੀ ਹੈ, ਤੁਸੀਂ ਦੇਖੋ 6500 ਕਰੋੜ ਰੁਪਇਆ ਕਿਸਾਨਾਂ ਦਾ ਮਾਫ ਕੀਤਾ, ਉਹ ਆਮਦਨ ਨਾਲ ਹੀ ਸੀ। ਜਦੋਂ ਹੋਰ ਆਮਦਨ ਹੋਏਗੀ ਹੋਰ ਮਾਫ ਹੋ ਜਾਏਗਾ। 590 ਕਰੋੜ ਦਲਿਤ ਪਰਿਵਾਰਾਂ ਦਾ ਤੇ ਲੈਂਡਲੈਸ ਸਾਡੇ ਵੀਰਾਂ ਦਾ ਕਰ ਦਿੱਤਾ। 51,000 ਰੁਪਏ ਸ਼ਗਨ ਸਕੀਮ ਕਰ ਦਿੱਤੀ, ਆਸ਼ੀਰਵਾਦ ਸਕੀਮ ਕਰ ਦਿੱਤੀ, 1500 ਰੁਪਏ ਪੈਨਸ਼ਨ ਕਰ ਦਿੱਤੀ। ਇਹ ਸਾਰਾ ਕੁਝ ਬਜਟ ਦੇ ਹਿਸਾਬ ਨਾਲ ਹੀ ਹੈ। ਜਿੰਨਾ ਬਜਟ ਹੋਏਗਾ ਇਹ ਸਾਡੇ ਸਾਰੇ ਮੁਲਾਜ਼ਮਾਂ ਨੂੰ ਸਮਝਣਾ ਚਾਹੀਦਾ ਆ। ਵਕਤ ਸਿਰ ਜਦੋਂ ਜਿੱਦਾਂ ਪੈਸੇ ਦੀ ਆਮਦਨ ਵਧੇਗੀ ਉਦੋਂ ਦਾ ਪੰਜਾਬ ਸਰਕਾਰ ਨੇ ਅੱਗੇ ਕਿਹੜਾ ਘੱਟ, ਦੁਬਾਰਾ ਰਿਪੀਟ ਕਰ ਰਿਹਾ, ਸੈਂਟਰ ਸਰਕਾਰ ਨਾਲੋਂ ਸ਼ੁਰੂ ਤੋਂ ਹੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਬਹੁਤ ਵੱਧ ਨੇ। 125 ਕਰੋੜ ਦੇ ਘਾਟੇ ਪੈ ਜਾਂਦੇ ਸੌਦਿਆਂ ਦੇ ਵਿੱਚ। ਤੁਹਾਡੇ ਆਪਣੇ ਐਡਵੋਕੇਟ ਜਨਰਲ ਸਵਾਲ ਚੱਕ ਦਿੰਦੇ ਤੁਹਾਡੇ ਮੰਤਰੀਆਂ ਉੱਪਰ, ਫਿਰ ਆਮਦਨ ਕਿਵੇਂ ਵਧੂਗੀ ਜੇ ਇਸੇ ਤਰ੍ਹਾਂ ਘਾਟੇ ਹੁੰਦੇ ਰਹਿਣਗੇ? ਤਾਂ ਸੁੰਦਰ ਸ਼ਾਮ ਅਰੋੜਾ ਦੀ ਗੱਲ ਕਰ ਰਿਹਾ ਮੈਂ। ਸਮਝੇ ਨਹੀਂ ਆਸ਼ੀਸ਼, ਘਾਟੇ ਵਾਧੇ ਚੱਲਦੇ ਰਹਿਣਗੇ। ਜੇ ਕਿਤੇ ਘਾਟਾ ਹੋਇਆ ਉਹਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ। ਜੇ ਸਰਕਾਰੀ ਅਦਾਰੇ 'ਚ ਕੋਈ ਘਾਟਾ, ਉਹਦੀ ਸਰਕਾਰੀ ਜ਼ਿੰਮੇਵਾਰੀ। ਪ੍ਰਾਈਵੇਟ ਕੰਪਨੀਆਂ ਵੀ ਤਾਂ ਰੁੜਦੀਆਂ ਹੀ ਨੇ। ਪ੍ਰਾਈਵੇਟ ਕੰਪਨੀਆਂ ਵਿੱਚ ਵੀ ਚਲਦੀਆਂ ਕੰਪਨੀਆਂ 'ਚ ਘਾਟੇ ਪੈਂਦੇ ਨੇ। ਉਹਨਾਂ ਨੂੰ ਸਰਕਾਰਾਂ ਵੀ ਸਪੋਰਟ ਕਰਦੀਆਂ ਨੇ, ਉਹਨਾਂ ਨੂੰ ਬੈਂਕ ਵੀ ਸਪੋਰਟ ਕਰਦੇ ਚਾਹੀਦੀ। ਸੁੰਦਰ ਸ਼ਾਮ ਅਰੋੜਾ ਦੀ ਜ਼ਿੰਮੇਵਾਰੀ ਫਿਕਸ, ਮੈਂ ਕਹਿੰਦਾ ਸਾਰਿਆਂ ਦੀ ਫਿਕਸ ਹੋਣੀ ਚਾਹੀਦੀ ਹੈ। ਅਗਰ ਕਿਸੇ ਅਦਾਰੇ ਵਿੱਚ ਕੋਈ ਘਾਟਾ ਪੈਂਦਾ ਆ ਤੇ ਉਹਦੀ ਜ਼ਿੰਮੇਵਾਰੀ ਹਰ ਇੱਕ ਦੀ ਹੈ। ਕੱਲੀ ਸੁੰਦਰ ਸ਼ਾਮ ਅਰੋੜਾ ਜੀ ਦੀ ਨਹੀਂ ਹੁੰਦੀ ਕਿ ਉਹਨਾਂ ਦੀ ਆਪਾਂ ਕੱਲੀ ਨਿੱਜੀ ਜ਼ਿੰਮੇਵਾਰੀ ਫਿਕਸ ਕਰਦੀ। ਇਹ ਤਾਂ ਦੇਖਣਾ ਪਏਗਾ ਕਿ ਕਿਹਦੇ ਕਰਕੇ ਲਾਸਿਸ ਹੋਇਆ, ਹੀ ਸ਼ੁੱਡ ਬੀ ਹੈਲਡ ਰਿਸਪੌਂਸਿਬਲ। ਉਹ ਕਹਿੰਦੇ ਕਿਸਾਨ ਹੈ ਜਿਹੜੇ ਆਪਣੇ ਰੋਡਾਂ ਉੱਪਰ, ਹਾਈਵੇ ਉੱਪਰ ਧਰਨਾ ਲਗਾ ਕੇ ਬੈਠੇ, ਔਰ ਮੰਤਰੀ 2-2 ਵਾਰ ਮੁਆਵਜ਼ਾ ਲੈ ਜਾਂਦੇ ਆ। ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ, ਮੰਤਰੀ 2-2 ਵਾਰ ਮੁਆਵਜ਼ਾ ਲੈ ਜਾਂਦੇ ਆ। ਕਿਹੜੇ ਮੰਤਰੀ ਮੁਆਵਜ਼ਾ ਲੈ ਜਾਂਦੇ? ਰਾਣਾ ਗੁਰਮੀਤ ਸੋਢੀ, ਤੁਹਾਡੇ ਆਪਣੇ ਜਿਹੜੇ ਵਿਧਾਇਕ ਸਵਾਲ ਚੱਕ ਰਹੇ ਆ। ਆਸ਼ੀਸ਼, ਮੇਰੀ ਗੱਲ ਸੁਣੋ, ਮੈਨੂੰ ਇਸ ਕੇਸ ਬਾਰੇ ਜ਼ਿਆਦਾ ਤਾਂ ਨਹੀਂ ਜਾਣਕਾਰੀ। ਮੈਂ ਇੱਕ ਦਿਨ ਟੈਲੀਵਿਜ਼ਨ ਦੇ ਉੱਤੇ 2-3 ਦਿਨ ਪਹਿਲਾਂ ਰਾਣਾ ਗੁਰਮੀਤ ਸਿੰਘ ਸੋਢੀ ਦੀ ਬਿਆਨ ਸੁਣ ਰਿਹਾ ਸੀ। ਮੈਟਰ ਸਬ ਜੂਡਿਸ ਹੈ, ਸੁਪਰੀਮ ਕੋਰਟ ਵਿੱਚ ਹੈ।
ਸੁਪਰੀਮ ਕੋਰਟ ਦੀ ਡਾਇਰੈਕਸ਼ਨ ਆਉਣ ਤੋਂ ਬਾਅਦ ਚੀਫ ਅਸੀਂ ਪਹਿਲਾਂ ਹੀ ਓਪੀਨੀਅਨ ਬਣਾ ਕੇ ਬਹਿ ਜਾਂਦੇ ਜੀ ਦੋ ਵਾਰੀ ਮੰਤਰੀਆਂ ਨੇ ਮੁਆਵਜ਼ਾ ਲੈ ਲਿਆ। ਇਟ ਇਜ਼ ਦਾ ਸੁਪਰੀਮ ਕੋਰਟ ਨੇ ਡਿਸਾਈਡ ਕਰਨਾ ਹੈ, ਹਾਈ ਕੋਰਟ ਡਿਸਾਈਡ ਕਰ ਚੁੱਕੀ ਹੋਈ ਹੈ। ਸਰ ਅਸੀਂ ਨਹੀਂ ਓਪੀਨੀਅਨ ਬਣਾਇਆ, ਤੁਹਾਡੇ ਵਿਧਾਇਕ ਦਵਿੰਦਰ ਘੁਬਾਇਆ ਨੇ ਸ਼ਰੇਆਮ ਕੱਲ੍ਹ ਇਲਜ਼ਾਮ ਲਗਾਏ ਸ਼ਰਾਬ ਫੈਕਟਰੀ ਨੂੰ ਲੈ ਕੇ। ਇਸ ਮੈਂ ਤਾਂ ਬਹੁਤ ਰੈਸ਼ਨਲ ਗੱਲ ਕਰੂੰਗਾ, ਲੀਗਲ ਗੱਲ ਕਰੂੰਗਾ। ਸਰਦਾਰ ਦਵਿੰਦਰ ਸਿੰਘ ਘੁਬਾਇਆ ਨੇ ਕਿਸ ਬੇਸ ਤੇ ਕਿਹਾ ਮੈਨੂੰ ਨਹੀਂ ਪਤਾ, ਬਟ ਮੈਂ ਤਾਂ ਇੱਕ ਗੱਲ ਜਾਣਦਾ ਕਿ ਜਿਹੜੀ ਇਹ ਗੱਲ ਕਰਦੇ ਨੇ 2 ਵਾਰੀ ਮੁਆਵਜ਼ਾ ਲੈਣ ਦੀ, ਮੈਟਰ ਸਬ ਜੁਡਿਸ ਹੈ, ਸੁਪਰੀਮ ਕੋਰਟ ਦੀ ਵਿਚਾਰਧਾਰਾ ਥੱਲੇ ਲੈਟ ਉਹਦਾ ਜਿਹੜਾ ਫੈਸਲਾ ਆਨਰੇਬਲ ਸੁਪਰੀਮ ਕੋਰਟ ਦਾ ਆ ਜਾਏਗਾ, ਪਤਾ ਲੱਗ ਜਾਏਗਾ। ਅਸੀਂ ਪਹਿਲਾਂ ਹੀ ਆਪਣੀ ਓਪੀਨੀਅਨ ਬਣਾ ਕੇ ਬੈਠ ਜਾਂਦੇ ਹਾਂ। ਬਜਟ ਦੀ ਤੁਸੀਂ ਗੱਲ ਕੀਤੀ ਤਾਂ ਬਜਟ ਦੇ ਤਰੀਕੇ ਕਿਵੇਂ ਵਧਾਉਣਾ, ਬਜਟ ਤੁਹਾਡੇ ਪ੍ਰਧਾਨ ਸਾਹਿਬ ਦੱਸ ਰਹੇ, ਕਿਉਂ ਨਹੀਂ ਮੰਨ ਰਹੇ ਫਿਰ ਉਹਨਾਂ ਦੀ ਸਰਕਾਰ ਵੀ ਉਹ ਤਰੀਕੇ ਨਾਲ ਬਜਟ ਵਧਾ ਲਿਆ ਜਾਵੇ? ਦੇਖੋ ਜਿਹੜੀ ਸਾਡੇ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਹੈ, ਫਿਰ ਉਹੀ ਲੀਗਲ ਮੈਟਰ ਆ ਜਾਂਦੇ ਆ, ਕਿੱਦਾਂ ਕੀ ਹੋਣਾ, ਉਹ ਚੰਗੀਆਂ ਸੁਜੈਸ਼ਨਸ ਵੀ ਆ ਜਾਣਗੀਆਂ। ਉਹਦੇ ਵਾਸਤੇ ਸਰਕਾਰ ਆਲਰੇਡੀ ਕੰਮ ਵੀ ਕਰਦੀ ਹੈ, ਕੋਈ ਸੁਜੈਸ਼ਨ ਦਿੰਦਾ, ਕੋਈ ਸੁਜੈਸ਼ਨ ਦਿੰਦਾ। ਜਿਹੜੀ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਨੇ, ਉਹਦੇ ਤੇ ਵਰਕਆਊਟ ਹੋ ਕੇ ਉਹ ਵੀ ਕਲੀਅਰ ਹੋ ਜਾਏਗਾ। ਤਾਂ ਸਰਕਾਰ ਸਭ ਕੁਝ ਨਹੀਂ ਕਰ ਸਕਦੀ, ਸਰਕਾਰ ਸਿਰਫ ਕੋਸ਼ਿਸ਼ਾਂ ਕਰ ਸਕਦੀ ਹੈ। ਕੈਮਰਾ ਪਰਸਨ ਵਿਪਨ ਮਹਿਰਾ ਦੇ ਨਾਲ ਆਸ਼ੂ ਅਨੇਜਾ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।